ਜੱਸੀ ਖਰੜ ਦਾ ਕੀ ਪਿਛੋਕੜ ਹੈ, ਕੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਨਹੀਂ ਹੈ, ਇਹ ਹਜੇ ਕੁਐਸਚਨ ਮਾਰਕ ਥੱਲੇ ਨੇ। ਮੈਨੂੰ ਲੱਗਦਾ ਕਿਸੇ ਵੀ ਕੋਰਟ ਨੇ ਉਹਨੂੰ ਕਨਵਿਕਟ ਨਹੀਂ ਕੀਤਾ। ਕਿਸੇ ਇਨੋਸੈਂਟ ਫੈਮਿਲੀ ਚੋਂ ਤੁਸੀਂ ਇੱਕ ਵਾਈਫ ਉਹਦੀ ਨੂੰ ਚੁੱਕ ਲਿਆ, 4 ਦਿਨ ਤੁਸੀਂ ਇਲੀਗਲ ਕਸਟਡੀ 'ਚ ਡਿਟੇਨ ਕਰ ਲਿਆ, ਜੇ ਨਹੀਂ ਕੁਝ ਮਿਲਿਆ ਤਾਂ ਉਹਨੂੰ ਰਿਲੀਜ਼ ਕਰ ਦਿੰਦੇ। ਤੁਸੀਂ ਜਿੰਨਾ ਤਸੱਦਦ ਕਰ ਲਿਆ 24 ਘੰਟਿਆਂ 'ਚ ਰਿਲੀਜ਼ ਕਰਨਾ ਬਣਦਾ ਸੀ ਜੇਕਰ ਇਹਨਾਂ ਦੇ ਅਗੇਂਸਟ ਕੋਈ ਚੀਜ਼ ਨਹੀਂ ਸੀ ਨਿਕਲੀ। 15 ਤੋਂ ਚੱਕੀ ਵਿਦਆਊਟ ਵਾਰੰਟ ਚੱਕਿਆ ਤੁਸੀਂ ਉਹਨੂੰ, ਤੁਸੀਂ ਕੋਈ ਸਰਚ ਵਾਰੰਟ ਨਹੀਂ, ਰੂਲ ਬੁੱਕ ਨੂੰ ਤੁਸੀਂ ਵਿੰਡੋ 'ਚ ਸੁੱਟ ਰਹੇ ਹੋ। ਇੱਕ ਇਹ ਕਿ ਇਹਨਾਂ ਨੂੰ ਇਨੋਸੈਂਟ ਡਿਕਲੇਅਰ ਕੀਤਾ ਜਾਵੇ, ਦੂਜਾ ਜਿਹੜੇ ਐਰਿੰਗ ਆਫੀਸਰਸ ਨੇ ਉਹਨਾਂ ਦੇ ਅਗੇਂਸਟ ਸਟ੍ਰਿਕਟ ਐਕਸ਼ਨ ਲਿਆ ਜਾਵੇ। ਡੇ ਬਾਈ ਡੇ ਜਿਹੜਾ ਟੌਰਚਰ ਵਾਲਾ ਸਿਸਟਮ ਹੈ ਨਾ ਪੰਜਾਬ 'ਚ, ਉਹ ਜ਼ਿਆਦਾ ਆ ਰਿਹਾ ਹੈ। ਉਹਨੇ ਅੱਜ ਵੀ ਕਿਹਾ ਵੀ ਮੈਨੂੰ ਐਡਵੋਕੇਟਸ ਤੋਂ ਛੁੱਟ ਕੇ ਭਰਾ ਲੱਗਦੇ ਨੇ, ਸੋ ਅਸੀਂ ਇਸ ਕੇਸ ਨੂੰ ਜਸਟੀਫਾਈ ਜਿੱਥੋਂ ਤੱਕ ਹੋ ਸਕੇਗਾ, ਇਹ ਅਸੀਂ ਅੱਜ ਪ੍ਰੋਮਿਸ ਕਰਦੇ ਹਾਂ ਇਸ ਫੈਮਿਲੀ ਨਾਲ ਵੀ ਜਿੱਥੋਂ ਤੱਕ ਹੋ ਸਕੇਗਾ ਅਸੀਂ ਇਸ ਕੇਸ ਨੂੰ ਇਹਨੂੰ ਇਨਸਾਫ ਦਿਵਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਘੁੰਮਣ ਸਾਹਿਬ, ਹੁਣ ਅੱਗੇ ਆਪਾਂ ਕੀ ਕਰ ਰਹੇ ਹਾਂ? ਕੋਈ ਕੰਪਲੇਂਟ ਵਗੈਰਾ ਹੋਰ ਮੈਟਰ ਕਿੱਥੇ ਟੇਕ ਅਪ ਕੀਤਾ? ਅੱਜ ਅਸੀਂ ਜਦੋਂ ਇਹ ਰਾਤ ਹੀ ਬਾਹਰ ਆਏ ਨੇ, ਅੱਜ ਇੱਕ ਕੰਪਲੇਂਟ ਤਿਆਰ ਕੀਤੀ ਹੈ। ਉਹਦੇ ਵਿੱਚ ਡੀਜੀਪੀ ਤੇ ਏਡੀਜੀਪੀ ਪੰਜਾਬ ਨੂੰ ਕੰਪਲੇਂਟ ਦਿੱਤੀ ਹੈ ਕਿ ਜਿਹੜੇ ਐਰਿੰਗ ਆਫੀਸਰਸ ਇਨਵੋਲਵ ਨੇ। ਦੇਖੋ, 2 ਤਰ੍ਹਾਂ ਦੀ ਕੰਪਲੇਂਟ ਹੈ। ਇੱਕ ਤਾਂ ਇਨੋਸੈਂਟ ਗਰਲ ਨੂੰ ਇਨਵੋਲਵ ਕੀਤਾ, ਡਰੈਗ ਕਰ ਲਿਆ ਤੁਸੀਂ ਇੱਕ ਕੇਸ ਦੇ ਵਿੱਚ। ਇੱਕ ਤਾਂ ਇਹ ਹੈ ਕਿ ਇਹਨੂੰ ਡਿਕਲੇਅਰ ਕਰੋ, ਇਹਨੂੰ ਇਸ ਕੇਸ ਦੇ ਵਿੱਚੋਂ ਬਰੀ ਕਰੋ। ਸੈਕਿੰਡ ਹੈ ਕਿ ਜੋ ਤਸੱਦਦ ਕੀਤਾ ਹੈ ਉਹਦਾ ਹਿਸਾਬ ਜਿਹੜਾ ਹੈ ਉਹ ਸਿੱਟ ਬਿਠਾ ਕੇ ਕੱਲਾ ਐਵੀਡੈਂਸ 15 ਤੋਂ ਚੱਕੀ ਵਿਦਆਊਟ ਵਾਰੰਟ ਚੱਕਿਆ ਤੁਸੀਂ ਉਹਨੂੰ, ਤੁਸੀਂ ਕੋਈ ਸਰਚ ਵਾਰੰਟ ਨਹੀਂ, ਰੂਲ ਬੁੱਕ ਨੂੰ ਤੁਸੀਂ ਵਿੰਡੋ 'ਚ ਸੁੱਟ ਰਹੇ ਹੋ। ਉਹ ਸੀਕੁਐਂਸ ਵਾਈਜ਼ ਅਸੀਂ ਜਿਹੜਾ ਹੈ ਉਹ ਸਾਰਾ ਅਸੀਂ ਰਿਪਰੈਜ਼ੈਂਟੇਸ਼ਨ ਦੇਵਾਂਗੇ। ਮਾਨਯੋਗ ਡੀਜੀਪੀ ਤੇ ਏਡੀਜੀਪੀ ਨੇ ਜਿਹੜੇ ਅਰਪਿਤ ਸ਼ੁਕਲਾ ਜੀ, ਬਿਊਰੋ ਆਫ ਇਨਵੈਸਟੀਗੇਸ਼ਨ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜੀ ਕੀ ਕਾਰਵਾਈ ਹੁੰਦੀ ਹੈ। ਨਹੀਂ ਤਾਂ ਫਿਰ ਅਲਟੀਮੇਟਲੀ ਪਰਿਵਾਰ ਵੱਲੋਂ ਇਹ ਹੈ ਕਿ ਰਿਟ ਜਿਹੜੀ ਹੈ ਉਹ ਤੁਸੀਂ ਫਾਈਲ ਕਰੋ, ਪਰ ਅਸੀਂ ਵੀ ਆਰ ਨਾਟ ਸੋ ਹਰੀ, ਕਿਉਂਕਿ ਅਸੀਂ ਤਾਂ ਦੇਖੋ ਐਜ਼ ਏ ਲੀਗਲ ਦੇਖਣਾ ਹੈ। ਮਾਨਯੋਗ ਡੀਜੀਪੀ ਸਾਹਿਬ ਨੂੰ ਪਹਿਲਾਂ ਅਸੀਂ ਦੇਵਾਂਗੇ ਵੀ ਆਫੀਸਰਸ ਨੇ। ਦੇਖੋ, ਮੈਂ ਇੱਕ ਚੀਜ਼ ਇੱਥੇ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ, ਜੱਸੀ ਖਰੜ ਦਾ ਕੀ ਪਿਛੋਕੜ ਹੈ, ਕੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਨਹੀਂ ਹੈ, ਇਹ ਹਜੇ ਕੁਐਸਚਨ ਮਾਰਕ ਥੱਲੇ ਨੇ। ਮੈਨੂੰ ਲੱਗਦਾ ਕਿਸੇ ਵੀ ਕੋਰਟ ਨੇ ਉਹਨੂੰ ਕਨਵਿਕਟ ਨਹੀਂ ਕੀਤਾ ਜਦੋਂ ਤੱਕ ਮੇਰੇ ਕੋਲ ਇਹਨਾਂ ਦੀਆਂ ਇਨਸਟਰਕਸ਼ਨਸ ਨੇ। ਪਰ ਕਿਸੇ ਇਨੋਸੈਂਟ ਫੈਮਿਲੀ ਚੋਂ ਤੁਸੀਂ ਇੱਕ ਵਾਈਫ ਉਹਦੀ ਨੂੰ ਚੁੱਕ ਲਿਆ, 4 ਦਿਨ ਤੁਸੀਂ ਇਲੀਗਲ ਕਸਟਡੀ 'ਚ ਡਿਟੇਨ ਕਰ ਲਿਆ, ਜੇ ਨਹੀਂ ਕੁਝ ਮਿਲਿਆ ਤਾਂ ਉਹਨੂੰ ਰਿਲੀਜ਼ ਕਰ ਦਿੰਦੇ। ਆ ਇੱਕ ਕਹਾਣੀ ਜੀ ਬਣਾ ਕੇ ਹੋਰ ਜਿਹੜੀ ਇੱਕ ਰੱਖਤੀ ਕੇਸ ਦੇ ਵਿੱਚ 419 420, ਤੁਸੀਂ ਪਿਛਲੇ ਨਾਲ ਕੁਝ ਲੱਭਿਆ ਨਹੀਂ ਤਾਂ ਉਹਨੂੰ ਰਿਲੀਜ਼ ਕਰ ਦਿਓ। ਤੁਸੀਂ ਜਿੰਨਾ ਤਸੱਦਦ ਕਰ ਲਿਆ। ਸੋ ਹੁਣ ਅਸੀਂ ਡੈਫੀਨੇਟਲੀ 2 ਐਪਲੀਕੇਸ਼ਨਸ ਦੇ ਰਹੇ ਹਾਂ। 1 ਇਜ਼ ਕੰਪਲੇਂਟ ਤੇ ਅਨਦਰ ਜਿਹੜੀ ਹੋਊਗੀ ਇਹਨੂੰ ਵੀ ਡਿਕਲੇਅਰ ਕਰੋ। ਹਾਂਜੀ, ਇਹ ਹੈਗਾ ਜੀ। ਦਿਸ ਇਜ਼ ਦ ਨੈਕਸਟ ਕੋਰਸ ਆਫ ਐਕਸ਼ਨ, ਹੈ ਨਾ ਜੀ? ਜੇ ਮੈਂ ਚੀਜ਼ ਕਹਿਣੀ ਚਾਹੁੰਦਾ ਕਿ ਦੇਖੋ, ਵਾਈਂਡ ਅਪ ਕਰਾਂਗਾ ਇਸ ਚੀਜ਼ ਦੇ ਨਾਲ ਧਾਲੀਵਾਲ ਸਾਹਿਬ, ਕਿ ਸਾਰੀ ਗੱਲ ਤੁਸੀਂ ਆਪ ਦੇਖੀਏ। ਪਰ ਮੈਨੂੰ ਦੇਖੋ, CRPC IPC ਦਾ ਪ੍ਰੋਵੀਜ਼ਨਸ ਪੜ੍ਹੇ ਨੇ, ਗੋ ਥਰੂ ਕੀਤੇ ਨੇ, ਬੜੇ ਮਨਿਊਟਲੀ ਕਹਿ ਲਓ, ਉਹਨੂੰ ਡੀਪਲੀ ਕਹਿ ਲਓ। ਪਰ 15 ਤਰੀਕ ਤੋਂ ਲੈ ਕੇ 19 ਤਰੀਕ ਤੱਕ, 15 ਤਰੀਕ ਜਿਵੇਂ ਵਕੀਲ ਸਾਹਿਬ ਕਹਿ ਕੇ ਬੈਠੇ ਨੇ, 24 ਘੰਟਿਆਂ 'ਚ ਰਿਲੀਜ਼ ਕਰਨਾ ਬਣਦਾ ਸੀ ਜੇਕਰ ਇਹਨਾਂ ਦੇ ਅਗੇਂਸਟ ਕੋਈ ਚੀਜ਼ ਨਹੀਂ ਸੀ ਨਿਕਲੀ। ਔਰ ਬੇਲੇਬਲ ਸੈਕਸ਼ਨਸ ਦੇ ਵਿੱਚ ਇਹਨਾਂ ਦੀ ਅਰੈਸਟ ਪਾ ਕੇ ਜਿਹੜਾ ਰੈਫਰੈਂਸ 307 ਵਗੈਰਾ ਦਾ ਉਹਦੇ 'ਚ ਨਿਕਲਿਆ ਜੇ ਕੁਝ ਨਹੀਂ ਸੀ, ਤਾਂ ਐਕਸਟਰਾ ਜੁਡੀਸ਼ੀਅਲ ਐਗਜ਼ੀਕਿਊਸ਼ਨਸ ਸੀਗੀਆਂ ਸਿੱਧੇ ਤੌਰ ਤੇ। ਸੋ ਕੰਪੀਟੈਂਟ ਕੋਰਟ ਆਫ ਲਾਅ ਨੂੰ ਟੋਟਲੀ ਇਗਨੋਰ ਕੀਤਾ ਗਿਆ ਹੈ। ਸੋ ਨਟਸ਼ਲ ਮੈਂ ਗੱਲ ਜੇਕਰ ਵਾਈਂਡ ਅਪ ਕਰਾਂਗਾ ਤਾਂ ਉਹ ਇਹੀ ਗੱਲ ਹੈ ਕਿ ਦੋਵੇਂ ਜਿਹੜੇ ਮੈਟਰ ਨੇ, ਦੋਵੇਂ ਸੈਂਸਿਟਿਵ ਨੇ। ਫਸਟ, ਕਿਸੇ ਇਨੋਸੈਂਟ ਬੱਚੇ ਨੂੰ, ਲੜਕੀ ਨੂੰ, ਕਿਉਂਕਿ ਦੇਰ ਆਰ ਨੰਬਰ ਆਫ ਗਾਈਡਲਾਈਨਸ ਨੇ ਸੁਪਰੀਮ ਕੋਰਟ, ਆਨਰੇਬਲ ਹਾਈ ਕੋਰਟ ਦੀਆਂ, ਤੇ ਡਾਇਰੈਕਟਲੀ ਵਾਇਲੇਸ਼ਨਸ ਨੇ DK ਬਾਸੂ ਦੀਆਂ ਗਾਈਡਲਾਈਨਸ ਦੀਆਂ, ਜਿੱਥੇ ਉਹ ਕਹਿੰਦੇ ਨੇ ਕਿ ਫੈਮਿਲੀ ਮੈਂਬਰਸ ਨੂੰ ਹਰਾਸ ਨਹੀਂ ਕਰਨਾ। ਔਰ ਇਸ ਕੇਸ ਦੇ ਵਿੱਚ ਸਾਡੇ ਸਾਹਮਣੇ ਉਹ ਬੈਠੇ ਨੇ, ਇਸ ਕੇਸ ਦੇ ਵਿੱਚ ਡਾਇਰੈਕਟਲੀ ਵਾਇਲੇਸ਼ਨ DK ਬਾਸੂ ਦੀ ਹੋਈ ਹੈ ਜਦੋਂ ਟੌਰਚਰ ਕੇਸ ਜਿਹੜਾ ਸਾਡੇ ਸਾਹਮਣੇ ਹੁਣ ਨਿਕਲ ਕੇ ਸਾਹਮਣੇ ਆਇਆ ਹੈ। ਸੋ ਇਹਦੇ ਤੇ ਅਸੀਂ ਡਿਟੇਲ ਜਿਹੜੀ ਰਿਪਰੈਜ਼ੈਂਟੇਸ਼ਨ ਹੈ, ਜਿਵੇਂ ਵਕੀਲ ਸਾਹਿਬ ਦੱਸ ਕੇ ਬੈਠੇ ਨੇ, ਉਹ ਦੋਵੇਂ ਹੀ ਕੰਕਰੈਂਟਲੀ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ। ਇੱਕ ਇਹ ਕਿ ਇਹਨਾਂ ਨੂੰ ਇਨੋਸੈਂਟ ਡਿਕਲੇਅਰ ਕੀਤਾ ਜਾਵੇ, ਦੂਜਾ ਜਿਹੜੇ ਐਰਿੰਗ ਆਫੀਸਰਸ ਨੇ ਉਹਨਾਂ ਦੇ ਅਗੇਂਸਟ ਸਟ੍ਰਿਕਟ ਐਕਸ਼ਨ ਲਿਆ ਜਾਵੇ। ਸੋ ਤਾਂ ਜੋ ਜਿਹੜੀਆਂ ਗਾਈਡਲਾਈਨਸ ਸੁਪਰੀਮ ਕੋਰਟ ਦੀਆਂ ਨੇ, ਐਟਲੀਸਟ ਉਹਨਾਂ ਨੂੰ ਇੰਪਲੀਮੈਂਟੇਸ਼ਨ ਸਟੇਟ ਆਫ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਕੀਤਾ ਜਾਵੇ। ਇੱਕ ਮੈਂ ਧਾਲੀਵਾਲ ਸਾਹਿਬ ਤੁਹਾਡੇ ਨਾਲ ਇੱਕ ਚੈਨਲ 'ਚ ਹੋਰ ਦੱਸੂੰਗਾ, ਇਹ ਅਸੀਂ ਨਾ ਇਹ ਡੇ ਬਾਈ ਡੇ ਵੱਧ ਰਿਹਾ ਹੈ। ਡੇ ਬਾਈ ਡੇ ਜਿਹੜਾ ਟੌਰਚਰ ਵਾਲਾ ਸਿਸਟਮ ਹੈ ਨਾ ਪੰਜਾਬ 'ਚ, ਉਹ ਜ਼ਿਆਦਾ ਆ ਰਿਹਾ ਹੈ। ਸੋ ਇਸ ਵਾਰੀ ਅਸੀਂ ਇੱਕ ਕੋਸ਼ਿਸ਼ ਜ਼ਰੂਰ ਕਰਾਂਗੇ, ਪਟੀਸ਼ਨ ਦੇ ਵਿੱਚ ਸਾਡੇ ਕੋਲ ਟੀਮ ਆਫ ਐਡਵੋਕੇਟਸ ਵੀ ਅਸੀਂ ਨਾਲ ਲਵਾਂਗੇ, ਜੋ ਮੈਕਸਿਮਮ ਹੈਲਪ ਹੋਏਗੀ ਉਹ ਕਰਾਂਗੇ ਵੀ ਕੋਈ ਨਾ ਕੋਈ ਪੱਕਾ ਲਾਅ ਬਣ ਜੇ ਵੀ ਇੱਦਾਂ ਤੁਸੀਂ ਇਲੀਗਲ ਡਿਟੈਂਸ਼ਨ ਨਾ ਕਰੋ, ਤੇ ਜਿਹੜਾ ਟੌਰਚਰ ਜੇ ਕੋਈ ਕਰਦਾ ਹੈ ਤਾਂ ਉਹਦੇ ਤੇ ਸਟ੍ਰਿਕਟ ਐਕਸ਼ਨ ਜਿਹੜਾ ਉਹ ਇਮੀਡੀਏਟਲੀ ਹੋਵੇ। ਕੋਈ ਨਾ ਕੋਈ ਇੱਦਾਂ ਦਾ ਲਾਅ ਬਣਾਉਣ ਦੀ ਥਰੂ ਕੋਰਟ ਮਾਨਯੋਗ ਜੱਜ ਸਾਹਿਬ ਕਰਨਗੇ। ਸੋ ਇਹੋ ਜਿਹੀ ਕੋਈ ਜਜਮੈਂਟ ਜਿਹੜੀ ਹੈ ਜਿੱਦਾਂ DK ਬਾਸੂ ਦੀਆਂ ਪਾਸ ਨੇ, ਕੋਈ ਨਾ ਕੋਈ ਇੱਦਾਂ ਦਾ ਵੀ ਕੋਈ ਨਾ ਕੋਈ
ਅਸੀਂ ਉਪਰਾਲਾ ਕਰਾਂਗੇ। ਇੱਕ ਮੈਂ ਚੀਜ਼ ਜਾਂਦਾ ਧਾਲੀਵਾਲ ਸਾਹਿਬ, ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਚਲੋ ਇਹ ਕੇਸ ਦੇ ਵਿੱਚ ਆਏ ਤਾਂ ਚਲੋ ਮੈਂ ਸਮਝਦਾ ਇੱਕ ਓਨੈਸਟ ਟੂ ਪ੍ਰੂਫ, ਕਿਉਂਕਿ ਦੂਸਰੇ ਪਾਸਿਓਂ ਪੰਜਾਬ ਪੁਲਿਸ ਏ, ਸਟੇਟ ਤੁਸੀਂ ਕਹ ਲਓ ਸਟੇਟ ਦਾ ਕੇਸ ਏ। ਸੋ ਮੈਂ ਇੱਕ ਚੀਜ਼ ਜ਼ਰੂਰ ਮੈਂ ਕਹਿੰਦਾ, ਕਿਉਂਕਿ ਇਹੋ ਜਿਹੇ ਕੇਸਿਸ ਦੇ ਵਿੱਚ ਸਾਡੇ ਤੇ ਵੀ ਬਹੁਤ ਵੱਡਾ ਬਰਡਨ ਤੇ ਰਿਸਕ ਹੁੰਦਾ ਜੀ ਜਦੋਂ ਅਸੀਂ ਇਹਨਾਂ ਕੇਸਿਸ ਦੇ ਵਿੱਚ ਕਰਦੇ ਹਾਂ। ਪਰ ਇੱਥੇ ਬੈਠੇ ਨੇ ਜਸਪ੍ਰੀਤ ਜੱਸੀ ਦੀ ਵਾਈਫ ਬੈਠੀ ਏ, ਉਹਨੇ ਅੱਜ ਵੀ ਕਿਹਾ ਵੀ ਮੈਨੂੰ ਐਡਵੋਕੇਟਸ ਤੋਂ ਛੁੱਟ ਕੇ ਭਰਾ ਲੱਗਦੇ ਨੇ। ਸੋ ਅਸੀਂ ਇਸ ਕੇਸ ਨੂੰ ਜਸਟੀਫਾਈ ਜਿੱਥੋਂ ਤੱਕ ਹੋ ਸਕੇਗਾ, ਇਹ ਅਸੀਂ ਅੱਜ ਪ੍ਰੋਮਿਸ ਕਰਦੇ ਹਾਂ ਇਸ ਫੈਮਿਲੀ ਨਾਲ ਵੀ ਜਿੱਥੋਂ ਤੱਕ ਹੋ ਸਕੇਗਾ ਅਸੀਂ ਇਸ ਕੇਸ ਨੂੰ ਇਹਨੂੰ ਇਨਸਾਫ ਦਿਵਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਤਾਂ ਤੁਸੀਂ ਸੁਣਿਆ ਕਿਵੇਂ ਘੁੰਮਣ ਬ੍ਰਦਰਸ ਨੇ ਕਿਹਾ ਵੀ ਇਹ ਕੇਸ ਨੂੰ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਣਗੇ, ਤੇ ਤੁਸੀਂ ਨਾਲ ਦੀ ਨਾਲ ਸੁਣਿਆ ਵੀ ਲਵਪ੍ਰੀਤ ਕੌਰ ਜੱਸੀ ਖਰੜ ਦੇ ਧਰਮ ਪਤਨੀ ਦੀ ਕਹਾਣੀ, ਵੀ ਕਿਵੇਂ ਪੁਲਿਸ ਨੇ ਉਹਨਾਂ ਨੂੰ ਚੱਕਿਆ, ਕਿਵੇਂ ਉਹਨਾਂ ਨਾਲ ਤਸ਼ੱਦਦ ਹੋਈ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਖਬਰ ਦਾ ਪਤਾ ਲੱਗਿਆ, ਕੀ ਉਹਦੇ ਗੁਨਾਹ ਸੀਗੇ, ਕੀ ਨਹੀਂ ਸੀਗੇ, ਤੇ ਉਹ ਕਹਿ ਰਹੇ ਵੀ ਅੱਗੇ ਵੀ ਉਹ ਇਸ ਕੇਸ 'ਚ ਲੜਾਈ ਲੜਦੇ ਰਹਿਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਕਮਲਜੀਤ ਦੇ ਨਾਲ ਪ੍ਰੋ ਪੰਜਾਬ ਟੀਵੀ ਵਾਸਤੇ ਮੈਂ ਸ਼ੁਭਕਰਮਨ ਧਾਲੀਵਾਲ।